ਆਓ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਸੁਖਮਣੀ ਸਾਹਿਬ ਜੀ ਦੀ ਆਪਣੀ ਲੜੀਵਾਰ ਚੱਲ ਰਹੀ ਹੈ ਵਿਚਾਰ। ਅੱਗੇ ਆਰੰਭ ਕਰੀਏ। ਅੱਜ ਆਪਾਂ 16ਵੀਂ ਅਸ਼ਟਪਦੀ ਦੀ ਵਿਚਾਰ ਆਰੰਭ ਕਰਨ ਦਾ ਉਦਮ ਉਪਰਾਲਾ ਕਰ ਰਹੇ ਹਾਂ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅਸ਼ਟਪਦੀ ਤੋਂ ਪਹਿਲਾਂ ਇੱਕ ਸ਼ਲੋਕ ਦੇ ਰਾਹੀਂ ਸਾਨੂੰ ਸਾਡੇ ਮਾਲਿਕ ਦੀ ਪਛਾਣ ਦੱਸ ਰਹੇ ਆ ਕਿ ਜੋ ਸਾਡਾ ਮੂਲ ਹੈ ਨਿਰੰਕਾਰ ਪ੍ਰਮਾਤਮਾ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਹਿ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਕਿ ਆਪਣੇ ਮੂਲ ਸੱਚ ਪਰਮਾਤਮਾ ਦਾ ਨਾ ਕੋਈ ਰੂਪ ਹੈ, ਨਾ ਕੋਈ ਰੇਖ ਤੇ ਨਾ ਕੋਈ ਰੰਗ। ਤ੍ਰਹਿ ਗੁਣ ਤੇ ਪ੍ਰਭ ਭਿੰਨ, ਤੇ ਤਿੰਨਾਂ ਗੁਣਾਂ ਤੋਂ ਪਰੇ ਹੈ। ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਰਜੋ ਗੁਣ ਦੇ ਅੰਦਰ ਆਸ਼ਾ, ਅਭਿਲਾਸ਼ਾ, ਤ੍ਰਿਸ਼ਨਾਵਾਂ ਦਾ ਜਾਲ ਆਉਂਦਾ। ਤਮੋ ਗੁਣ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਝੂਠ, ਚੁਗਲੀ, ਨਿੰਦਿਆ, ਈਰਖਾ, ਦੁਬਦਾ, ਇਹ ਨਿਸ਼ਾਨੀਆਂ ਦੱਸੀਆਂ। ਤੇ ਸਤੋ ਗੁਣ ਦੇ ਅੰਦਰ ਅੱਛੇ ਗੁਣ ਦੱਸੇ ਨੇ, ਦਇਆ, ਧਰਮ, ਸਹਿਣਸ਼ੀਲਤਾ, ਜਾਸਾ, ਸੰਤੋਖ। ਪਰ ਜਿੰਨਾ ਚਿਰ ਇਨਸਾਨ ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਨਹੀਂ ਉੱਠਦਾ, ਉਨਾ ਚਿਰ ਉਸ ਮਾਲਕ ਦਾ ਮਿਲਾਪ ਤੇ ਉਹਦੀ ਪ੍ਰਾਪਤੀ ਨਹੀਂ ਹੋ ਸਕਦੀ। ਕਿਉਂਕਿ ਇਹ ਤਿੰਨੇ ਜਿਹੜੇ ਗੁਣ ਨੇ ਇਹ ਕਾਲ ਦੇ ਦਾਇਰੇ ਅੰਦਰ ਨੇ। ਤਿੰਨ ਤਰ੍ਹਾਂ ਦਾ ਸਮਾਂ ਨਿਸ਼ਚਿਤ ਕੀਤਾ ਗਿਆ। ਇੱਕ ਨੂੰ ਭੂਤ ਕਾਲ ਕਹਿੰਦੇ ਨੇ, ਇੱਕ ਨੂੰ ਭਵਿੱਖ ਕਹਿੰਦੇ ਨੇ, ਤੇ ਇੱਕ ਨੂੰ ਵਰਤਮਾਨ ਕਹਿੰਦੇ ਨੇ। ਹੁਣ ਜਿੰਨਾ ਚਿਰ ਪਰਮਾਤਮਾ ਦਾ ਭਜਨ ਬੰਦਗੀ ਕਰਕੇ ਅਸੀਂ ਇਹ ਤਿੰਨੇ ਕਾਲਾਂ ਤੋਂ ਮੁਕਤ ਨਹੀਂ ਹੁੰਦੇ, ਅਕਾਲ ਦੇ ਦੇਸ਼ ਦੇ ਅੰਦਰ ਸਾਡੀ ਸੁਰਤੀ ਪਹੁੰਚੇਗੀ ਨਹੀਂ। ਜਿੰਨਾ ਚਿਰ ਅਸੀਂ ਪਰਮਾਤਮਾ ਦਾ ਬੰਦਗੀ ਭਜਨ ਕਰਕੇ ਤ੍ਰੈ ਗੁਣਾਂ ਦੇ ਵਿੱਚੋਂ ਆਪਣੇ ਮਨ ਨੂੰ ਜਗਾਉਂਦੇ ਨਹੀਂ, ਉਨਾ ਚਿਰ ਉਸ ਮਾਲਕਾ ਦੀ ਸਾਨੂੰ ਜਿਹੜਾ ਮਿਲਾਪ ਆ ਉਹਦਾ ਆਨੰਦ ਨਹੀਂ ਮਿਲੇਗਾ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਰੋਜ਼ ਆਪਾਂ ਨੂੰ ਸਮਝਾਉਂਦੇ ਨੇ, ਤਿਹੀਂ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਬਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰਿ ਮਨ ਵਸਿਆ, ਬੋਲਹਿ ਅੰਮ੍ਰਿਤ ਬਾਣੀ। ਰੂਪ ਰੇਖ ਰੰਗਾਂ ਤੋਂ ਪਰੇ ਆ, ਤ੍ਰੈ ਗੁਣਾਂ ਤੋਂ ਉੱਪਰ ਆ। ਪਰ ਪਾਤਸ਼ਾਹ ਨੇ ਆਪਾਂ ਨੂੰ ਇਹ ਗਿਆਨ ਦਿੱਤਾ, ਇਸ ਗੱਲ ਦੀ ਸੋਝੀ ਕਿਹੜੇ ਜੀਵ ਨੂੰ ਆਉਂਦੀ ਹੈ? ਨਹੀਂ ਤਾਂ ਸਾਰਾ ਸੰਸਾਰ ਪਰਮਾਤਮਾ ਦੀਆਂ, ਰੱਬ ਦੀਆਂ ਗੱਲਾਂ ਵੀ ਆਪਾਂ ਕਰਦੇ ਹਾਂ, ਧਰਮ ਦੇ ਕਰਮ ਵੀ ਕਰਦੇ ਹਾਂ, ਪਰ ਇਸ ਤੱਤ ਵਸਤੂ ਦਾ ਭੇਦ ਕਿਹਨੂੰ ਆਉਂਦਾ? ਪਰਮਾਤਮਾ ਦੇ ਮਿਲਾਪ ਦੇ ਰਸਤੇ ਤੇ ਤੁਰਦੇ ਕਿਹੜੇ ਜੀਵ ਆ? ਉਹਨਾਂ ਨੂੰ ਅੰਦਰ ਬੈਠਾ ਮਾਲਕ ਜਨਾਉਂਦਾ ਕਿਹਨੂੰ ਆ? ਤਾਂ ਪਾਤਸ਼ਾਹ ਸਮਝਾ ਰਹੇ ਹਨ, ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਜਿਨ੍ਹਾਂ ਦੇ ਉੱਪਰ ਮਾਲਕ ਦੀ ਦਿਆਲਤਾ, ਪ੍ਰਸੰਨਤਾ ਆਉਂਦੀ, ਉਹਨਾਂ ਨੂੰ ਆਪਣਾ ਭੇਦ ਦਿੰਦਾ। ਨਹੀਂ ਤਾਂ ਸਾਰਾ ਸੰਸਾਰ ਉਸ ਮਾਲਕ ਦਾ ਭਜਨ ਪਾਠ ਵੀ ਕਰਦੇ ਆ, ਧਰਮ ਦੇ ਕਰਮ ਵੀ ਕਰਦੇ ਆ, ਪਰ ਸੀਮਤ ਰਹਿ ਜਾਂਦੇ ਆ ਤ੍ਰੈ ਗੁਣਾਂ ਦੇ ਅੰਦਰ। ਤੇ ਜਿਨ੍ਹਾਂ ਤੇ ਫਿਰ ਮਾਲਕ ਦਇਆ ਕਰਦਾ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰਿ ਮਨ ਵਸਿਆ, ਬੋਲਹਿ ਅੰਮ੍ਰਿਤ ਬਾਣੀ। ਉਹਨਾਂ ਨੂੰ ਕੋਈ ਐਸਾ ਰਸਤਾ ਮਾਲਕ ਦਿਖਾ ਦਿੰਦਾ, ਐਸੀ ਸੰਗਤ ਦੇ ਅੰਦਰ ਭੇਜ ਦਿੰਦਾ, ਜਿੱਥੋਂ ਉਹਨਾਂ ਨੂੰ ਮਾਲਕ ਨੂੰ ਪ੍ਰਸੰਨ ਕਰਨ ਦੀ ਯੁਕਤੀ ਮਿਲ ਜਾਂਦੀ ਹੈ। ਜਿਹੜੇ ਫਿਰ ਮਾਲਕ ਨੂੰ ਪ੍ਰਸੰਨ ਕਰ ਲੈਂਦੇ ਆ, ਖੁਸ਼ ਕਰ ਲੈਂਦੇ ਆ, ਉਹਨਾਂ ਨੂੰ ਫਿਰ ਆਪਣਾ ਭੇਦ ਦਿੰਦਾ। ਸਹਿਜ ਸੁਭਾਏ ਬੈਠਿਆਂ ਬੈਠਿਆਂ ਦੇ
ਅੰਦਰੋਂ ਕੋਈ ਰੂਹਾਨੀਅਤ ਦੀ ਤਾਰ ਜਦੋਂ ਖੜਕਾਉਂਦਾ, ਫੇਰ ਜੀਵ ਨੂੰ ਅਚਰਜ ਜਿਹਾ ਖੇਡ ਲੱਗਦਾ ਕਿ ਆ ਕੀ ਹੋ ਗਿਆ। ਸਿਮਰਨ ਕਰਦਿਆਂ ਕਰਦਿਆਂ ਕੋਈ ਅੰਦਰੋਂ ਆਵਾਜ਼ ਸੁਣਨੀ ਸ਼ੁਰੂ ਹੋ ਜਾਣੀ। ਪਰਮਾਤਮਾ ਦਾ ਭਜਨ ਕਰਦਿਆਂ ਕਰਦਿਆਂ ਨਾਮ ਦਾ ਰਸ ਆਉਣਾ ਸ਼ੁਰੂ ਹੋ ਜਾਣਾ। ਭਜਨ ਕਰਦਿਆਂ ਕਰਦਿਆਂ ਸੁਰਤੀ ਕਿਤੇ ਉਸ ਦਰ ਦੇ ਨੇੜੇ ਪਹੁੰਚ ਗਈ, ਜਿਹੜੇ ਦਰ ਦੀ 2 ਵਾਰ ਆਪਾਂ ਵਡਿਆਈ ਗੁਰਬਾਣੀ ਦੇ ਅੰਦਰ ਨਿਤਨੇਮ 'ਚ ਪੜ੍ਹਦੇ ਹਾਂ ਕਿ ਸੋ ਦਰ ਤੇਰਾ ਕੇਹਾ, ਸੋ ਘਰ ਕੇਹਾ, ਜਿਤਬੈ ਸਭ ਸੰਭਾਲੇ। ਬਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਬਾਵਨ ਹਾਰੇ। ਜਿਉਂ ਹੀ ਸਾਡੀ ਸੁਰਤ ਪਰਮਾਤਮਾ ਦੇ ਉਸ ਮਹਿਲ ਦੇ ਦਰ ਦੇ ਨੇੜੇ ਪਹੁੰਚਦੀ ਆ ਤਾਂ ਸਾਨੂੰ ਇਹ ਆਵਾਜ਼ਾਂ ਸੁਣਾਈ ਦੇਣੀਆਂ ਸ਼ੁਰੂ ਹੋ ਜਾਂਦੀਆਂ। ਜਦੋਂ ਅਚਨਚੇਤ ਐਸੀ ਖੇਡ ਵਾਪਰਦੀ ਆ, ਸਾਡੇ ਮਨ ਨੂੰ ਮਾਲਕ ਸਹਿਜ ਬਖਸ਼ਦੇ ਆ, ਕਿਉਂਕਿ ਇੱਥੋਂ ਤੱਕ ਗਿਆਨ ਦਿੱਤਾ ਹੋਇਆ ਆਪਾਂ ਨੂੰ ਗੁਰਬਾਣੀ 'ਚ ਕਿ ਜੇ ਪਰਮਾਤਮਾ ਸਾਡੇ ਨਾਲ ਪਿਆਰ ਨਾ ਕਰੇ ਤਾਂ ਸਾਡੇ ਇੰਨੇ ਵਿਚਾਰ ਨੇ ਸਾਨੂੰ ਨੀਂਦ ਵੀ ਨਾ ਆਵੇ। ਕਈ ਵਾਰ ਆਪਾਂ ਵੇਖਦੇ ਹਾਂ ਕੋਈ ਚਿੰਤਾ ਵਾਲਾ ਹੋ ਜਾਂਦਾ ਐਸਾ ਸਮਾਂ ਤੇ ਜੀਵ ਨੂੰ ਨੀਂਦ ਨਹੀਂ ਆਉਂਦੀ ਤੇ ਵਿਚਾਰ ਇੰਨੇ ਜ਼ਿਆਦਾ ਵੱਧ ਜਾਂਦੇ ਆ ਕਿ ਜੀਵ ਬਹੁਤ ਮੁਸ਼ਕਿਲ ਦੇ ਅੰਦਰ ਆ ਜਾਂਦਾ। ਹੁਣ ਪਾਤਸ਼ਾਹ ਨੇ ਗੁਰਬਾਣੀ ਅੰਦਰ ਐਸਾ ਗਿਆਨ ਦਿੱਤਾ, ਜਦੋਂ ਉਹਨੇ ਸਾਡਾ ਇਹ ਵਿਚਾਰਾਂ ਦੇ ਭਵ ਸਾਗਰ ਤੋਂ ਖਹਿੜਾ ਛਡਾਉਣਾ ਹੁੰਦਾ, ਜਦੋਂ ਸਾਨੂੰ ਨੀਂਦ ਦੇ ਅੰਦਰ ਵੀ ਲੈ ਕੇ ਜਾਣਾ, ਉਦੋਂ ਵੀ ਉਹ ਆਪ ਹੀ ਇਹ ਫਿਰ ਜਿਹੜਾ ਕਾਲ ਦਾ ਖੇਡ ਹੈ, ਵਿਚਾਰ ਆ, ਇਹਨਾਂ ਨੂੰ ਬੰਦ ਕਰਦਾ। ਰਾਜਸ ਤਾਮਸ ਸਤ ਕਾਲ ਸਮਾਵੈ, ਸਸੀਅਰ ਕੇ ਘਰ ਸੂਰ ਸਮਾਵੈ, ਜੋਗ ਜੁਗਤ ਕੀ ਕੀਮਤ ਪਾਵੈ। ਆਪਾਂ ਨੂੰ ਤਾਂ ਭੇਦ ਨਹੀਂ ਲੱਗਦਾ, ਜਦੋਂ ਆਪਾਂ ਸੌਂਦੇ ਹਾਂ ਜਾਗਣ ਤੋਂ ਹੀ ਪਤਾ ਲੱਗਦਾ ਕਿ ਸੌਂ ਗਏ ਸੀ। ਜਿਨ੍ਹਾਂ ਨੇ ਜਾਗ ਕੇ ਆਪਣੇ ਇਹ ਸਰੀਰ ਨੂੰ ਛੱਡਣਾ ਸਿੱਖਿਆ, ਸਰੀਰ ਨੂੰ ਜਾਗ ਕੇ ਮਨ ਨੂੰ ਛੱਡਿਆ, ਉਹ ਫਿਰ ਵੇਖਦੇ ਆ ਕਿ ਕਿਸ ਤਰ੍ਹਾਂ ਮਾਲਕ ਸਾਡੇ ਤਿੰਨੇ ਤਰ੍ਹਾਂ ਦੇ ਰਜੋਗੁਣੀ, ਰਾਜਸ, ਤਾਮਸ, ਸਤ ਕਾਲ ਸਮਾਵੈ, ਇਹ ਤਿੰਨੇ ਤਰ੍ਹਾਂ ਦੇ ਜਿਹੜੇ ਵਿਚਾਰ ਨੇ ਬੰਦ ਕਰਦਾ। ਸਸੀਅਰ ਕੇ ਘਰ ਸੂਰ ਸਮਾਵੈ, ਆਪਣੇ ਖੱਬੇ ਨੇਤਰ ਨੂੰ ਸਸੀ ਚੰਦ ਦਾ ਨਾਂ ਦਿੱਤਾ ਗਿਆ ਤੇ ਸੱਜੇ ਨੇਤਰ ਨੂੰ ਸੂਰਜ ਦਾ ਨਾਂ ਦਿੱਤਾ ਗਿਆ। ਇਹ ਸਾਡਾ ਨੇਤਰ ਖੱਬੇ ਪਾਸੇ ਸਮਾ ਜਾਂਦਾ ਚੰਦਰਮਾ ਵਾਲੇ ਪਾਸੇ, ਤੇ ਅਸੀਂ ਸਵਾਸਾਂ ਤੋਂ ਵੱਖ ਹੋ ਜਾਂਦੇ ਹਾਂ, ਸਾਨੂੰ ਨੀਂਦ ਆ ਜਾਂਦੀ ਹੈ। ਐਸਾ ਹੀ ਖੇਲ ਫਿਰ ਜਿਹੜੇ ਗੁਰਮੰਤਰ ਦਾ ਅਭਿਆਸ ਕਰਨ ਵਾਲੇ ਜਗਿਆਸੂ ਸਿੱਖ, ਜਿਨ੍ਹਾਂ ਤੇ ਉਹਦੀ ਦਇਆ ਹੁੰਦੀ ਆ, ਉਹਨਾਂ ਨੂੰ ਫਿਰ ਇਹਨਾਂ ਗੱਲਾਂ ਦਾ ਭੇਦ ਆਉਂਦਾ। ਫੇਰ ਉਹ ਆਪਣੀ ਸੁਰਤ ਨੂੰ ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਚੁੱਕਦੇ ਆ, ਆਕਾਰਾਂ ਤੋਂ ਗੁਰਮੰਤਰ ਦੇ ਅਭਿਆਸ ਨਾਲ ਉੱਪਰ ਉੱਠਦੇ ਆ। ਫੇਰ ਮਾਲਕ ਦੀ ਨੇੜਤਾ ਮਿਲਦੀ ਆ, ਮਿਲਾਪ ਮਿਲਦਾ, ਤੇ ਮਾਲਕ ਉਹਨਾਂ ਨੂੰ ਖੁਸ਼ ਹੋ ਕੇ ਇਹ ਸਾਰਾ ਜਣਾ ਦਿੰਦਾ। ਜਿਸੈ ਜਨਾਏ ਸੋਈ ਜਨ ਜਾਣੈ, ਹਰ ਗੁਣ ਸਦਹੀ ਆਖ ਬਖਾਣੈ। ਨਹੀਂ ਤਾਂ ਸਾਰੀ ਜ਼ਿੰਦਗੀ ਭੇਦ ਨਹੀਂ ਆਉਂਦਾ ਜੇ ਮਾਲਕ ਖੁਸ਼ ਨਾ ਹੋਵੇ, ਕਿਉਂਕਿ ਅਸੀਂ ਦ੍ਰਿਸ਼ਟਮਾਨ ਦੇ ਨਾਲ ਜੁੜੇ ਹੋਏ ਹਾਂ, ਅਦ੍ਰਿਸ਼ਟ ਨਿਰੰਕਾਰ ਦੇ ਨਾਲ ਜੁੜਨਾ ਬੜਾ ਔਖਾ। ਤਾਂ ਪਾਤਸ਼ਾਹ ਸਮਝਾ ਰਹੇ ਹਨ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਹਿ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਅਸ਼ਟਪਦੀ ਹੁਣ ਪਹਿਲੇ ਪਦੇ ਦੇ ਅੰਦਰ ਆਪਾਂ ਨੂੰ ਸਮਝਾ ਰਹੇ ਆ ਕਿ ਭਾਈ ਐਸੇ ਮਾਲਕ ਦਾ ਖੁਸ਼ੀ ਪ੍ਰਾਪਤ ਕਰਨ ਵਾਸਤੇ ਕੀ ਕਰ। ਅਵਨਾਸੀ ਪ੍ਰਭ ਮਨ ਮੈਂ ਰਾਖ, ਮਾਨੁਖ ਕੀ ਤੋ ਪ੍ਰੀਤ ਤਿਆਗ। ਕਿ ਤੂੰ ਆ ਸੰਸਾਰ ਦਾ ਪਿਆਰ ਆ ਜਿਹੜਾ, ਇਹਨੂੰ ਤਿਆਗਣਾ ਕਰ। ਇਹ ਵੀ ਨਹੀਂ ਗੁਰੂ ਨਾਨਕ ਦੇ ਘਰ ਨੇ ਆਪਾਂ ਨੂੰ ਗਿਆਨ ਦਿੱਤਾ ਕਿ ਤੁਸੀਂ ਪਰਿਵਾਰ ਛੱਡ ਕੇ ਜੰਗਲਾਂ 'ਚ ਚਲੇ ਜਾਓ, ਤੁਸੀਂ ਕੀਰਤਨਾ ਕਰੋ। ਪਾਤਸ਼ਾਹ ਕਹਿੰਦੇ ਇਹ ਸੰਸਾਰ ਦੇ ਅੰਦਰ ਰਹੋ, ਸੰਸਾਰ ਦੇ ਅੰਦਰ ਰਹਿੰਦਿਆਂ ਰਹਿੰਦਿਆਂ ਜਿਹੜੀ ਸਾਚੀ ਪ੍ਰੀਤ ਆ ਉਹ ਆਪਣੇ ਮਾਲਕ ਦੇ ਨਾਲ ਪਾ ਕੇ ਰੱਖੋ।
ਜਿਹੜਾ ਸਦਾ ਵਾਸਤੇ ਹੈ। ਇਹ ਹੁਣ ਤਾਂ ਸਾਨੂੰ ਸਮਝ ਆਵੇਗੀ ਜੇ ਅਸੀਂ ਸੰਗਤ ਕਰਕੇ ਬਾਣੀ ਦਾ ਗਿਆਨ ਲੈਂਦੇ ਹਾਂ, ਨਹੀਂ ਤਾਂ ਅਸੀਂ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ। ਸੰਸਾਰ ਦੀ ਪ੍ਰੀਤ ਸਾਡੇ ਮਨ ਦੇ ਅੰਦਰ ਪਈ ਹੋਈ ਹੈ। ਵੇਖੋ ਕਿੰਨੀ ਪ੍ਰੀਤ ਆ, ਪਰਿਵਾਰ ਦਾ ਪਿਆਰ ਆ, ਪਤੀ ਪਤਨੀ ਦਾ ਇੱਕ ਦੂਸਰੇ ਨਾਲ ਪਿਆਰ ਆ, ਬੱਚਿਆਂ ਨਾਲ ਪਿਆਰ ਆ, ਸੰਸਾਰ ਦੇ ਪਦਾਰਥਾਂ ਨਾਲ ਪਿਆਰ ਆ। ਇੰਨਾ ਪਿਆਰ ਹੈ ਕਿ ਇਹਨਾਂ ਨੂੰ ਇੱਕ ਛਿਣ ਵੀ ਨਹੀਂ ਭੁੱਲਦੇ। ਕਈ ਵਾਰ ਸੌਣ ਤੋਂ ਬਾਅਦ ਸੁਪਨੇ ਵੀ ਇਨਸਾਨ ਨੂੰ ਸੰਸਾਰ ਦੇ ਹੀ ਆਉਂਦੇ ਰਹਿੰਦੇ ਆ। ਤੇ ਹੁਣ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਆ, ਫਿਰ ਮਨ ਦੇ ਅੰਦਰ ਜਿਹੜੀ ਚੀਜ਼ ਨਾਲ ਪਿਆਰ ਆ ਉਹੀ ਵਸਦੀ ਹੈ। ਹੁਣ ਸੰਸਾਰ ਨਾਲ ਸਾਡਾ ਪਿਆਰ ਆ, ਜਿੰਨਾ ਚਿਰ ਅਸੀਂ ਮਾਲਿਕ ਦੀ ਉਸਤਤ ਵਡਿਆਈ ਨਹੀਂ ਸੁਣਦੇ, ਉਹਦੀ ਸ਼ਕਤੀ ਦਾ ਭੇਦ ਸਾਨੂੰ ਨਹੀਂ ਆਉਂਦਾ, ਉਨਾ ਚਿਰ ਸੰਗਤ ਤੋਂ ਬਗੈਰ ਸਾਡਾ ਸਾਡੇ ਮਾਲਿਕ ਦੇ ਨਾਲ ਪਿਆਰ ਨਹੀਂ ਬਣਦਾ। ਤਾਂ ਪਾਤਸ਼ਾਹ ਸਮਝਾ ਰਹੇ ਹਨ, ਅਵਨਾਸੀ ਪ੍ਰਭ ਮਨ ਮੈਂ ਰਾਖ, ਮਾਨੁਖ ਕੀ ਤੋ ਪ੍ਰੀਤ ਤਿਆਗ। ਕਿ ਭਾਈ ਆ ਦੁਨੀਆ ਦੀ ਜਿਹੜੀ ਪ੍ਰੀਤ ਆ ਇਹਦਾ ਤਿਆਗ ਕਰਨਾ ਕਰ, ਤੇ ਪਿਆਰ ਸੱਚਾ ਹੈ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਕਿਵੇਂ ਸਾਡੀ ਪ੍ਰੀਤ ਮਾਲਕ ਨਾਲ ਪਵੇ, ਫਿਰ ਸਾਨੂੰ ਹੌਲੀ ਹੌਲੀ ਭੇਦ ਆਉਂਦਾ ਕਿ ਤੁਮਰੇ ਭਜਨ ਕਟੇ ਸਮ ਫਾਸਾ, ਭਗਤ ਹੇਤ ਗਾਵੇ ਰਵਿਦਾਸਾ। ਭਗਤ ਰਵਿਦਾਸ ਨੂੰ ਪੁੱਛਿਆ ਕਿ ਤੁਸੀਂ ਬੜਾ ਪ੍ਰਮਾਤਮਾ ਦਾ ਭਜਨ ਕਰਦੇ ਹੋ, ਕੀ ਲਾਭ ਹੁੰਦਾ? ਉਹਨਾਂ ਨੇ ਫਿਰ ਸੰਬੋਧਨ ਹੋ ਕੇ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਤੁਮਰੇ ਭਜਨ ਕਟੇ ਜਮ ਫਾਸਾ, ਭਗਤ ਹੇਤ ਗਾਵੇ ਰਵਿਦਾਸਾ। ਕਿ ਇਹ ਮਾਲਕ ਤੇਰਾ ਭਜਨ ਕਰਨ ਦੇ ਨਾਲ ਸਾਡੀ ਜਮਾਂ ਦੀ ਫਾਹੀ ਟੁੱਟਦੀ ਹੈ। ਸੰਸਾਰ ਦਾ ਜਿਹੜਾ ਪਿਆਰ ਆ, ਇਹਦਾ ਜਿਹੜਾ ਮੋਹ ਆ, ਸਾਨੂੰ ਦੁੱਖ ਦਾ ਕਾਰਨ ਬਣਦਾ। ਅੱਜ ਜ਼ਿਆਦਾਤਰ ਜਿਨ੍ਹਾਂ ਮਹਾਂਪੁਰਸ਼ਾਂ ਕੋਲੇ ਰਹਿ ਕੇ ਆਪਾਂ ਸਿੱਖਿਆ ਲਈ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ, ਉਹ ਹਰੇਕ ਕਥਾ ਦੇ ਅੰਦਰ ਤਕਰੀਬਨ ਇਹ ਬਚਨ ਕਰਦੇ ਹੁੰਦੇ ਕਿ ਜਿੰਨਾ ਇਨਸਾਨ ਆਪਣੇ ਪਰਿਵਾਰ ਕੁਟੁੰਬ ਤੋਂ ਦੁੱਖ ਭੋਗ ਰਿਹਾ, ਓਨਾ ਸ਼ਾਇਦ ਬਾਹਰੋਂ ਨਹੀਂ। ਇਹ ਪ੍ਰੈਕਟੀਕਲੀ ਆਪਾਂ ਸੰਸਾਰ ਦੇ ਅੰਦਰ ਵੇਖਦੇ ਹਾਂ। ਕਿਸੇ ਦਾ ਪਤੀ ਪਤਨੀ ਦਾ ਝਗੜਾ ਦੁੱਖ ਦਾ ਕਾਰਨ ਬਣ ਗਿਆ, ਕਿਸੇ ਦਾ ਭੈਣ ਭਰਾਵਾਂ ਦੇ ਝਗੜੇ ਹੋ ਗਏ ਦੁੱਖ ਦਾ ਕਾਰਨ ਬਣ ਗਿਆ, ਕਿਸੇ ਦੇ ਮਾਂ-ਬਾਪ ਨਾਲ ਝਗੜੇ ਆ ਦੁੱਖ ਦਾ ਕਾਰਨ ਬਣ ਗਿਆ, ਸੰਸਾਰ ਦੇ ਨਾਲ ਝਗੜਾ ਹੋ ਗਿਆ, ਛੱਡਿਆ ਜਾਂਦਾ ਸੰਸਾਰ। ਹੁਣ ਪਰਿਵਾਰ ਦੇ ਨਾਲ ਜਿਹੜਾ ਝਗੜਾ ਹੈ, ਇਹ ਲੋਕ ਲੱਜਾ ਕਿਸੇ ਕੋਲੇ ਦੱਸਣ ਜੋਗਾ ਵੀ ਨਹੀਂ ਇਨਸਾਨ ਹੁੰਦਾ, ਤੇ ਨਾ ਪਰਿਵਾਰ ਛੱਡ ਸਕਦਾ। ਜੇ ਪਰਿਵਾਰ ਦੇ ਨਾਲ ਗੁੱਸੇ ਹੋ ਕੇ ਕਿਤੇ ਦੂਰ ਵੀ ਚਲਿਆ ਜਾਵੇ, ਅੰਦਰੋਂ ਮੋਹ ਦੀ ਜਿਹੜੀ ਫਾਹੀ ਆ ਉਹ ਟੁੱਟਦੀ ਨਹੀਂ। ਕਿਉਂਕਿ ਮੋਹ ਅੰਦਰੋਂ ਤਾਂ ਟੁੱਟੇ ਜੇ ਸੰਸਾਰ ਨਾਲੋਂ ਵਧੀਆ ਕਿਸੇ ਵਸਤੂ ਨਾਲ ਮੋਹ ਪਵੇ। ਉਹ ਇੱਕੋ ਇੱਕ ਹੈ, ਪਰਮਾਤਮਾ ਦਾ ਨਾਮ ਤੇ ਮਾਲਕ ਆਪ, ਜਿਨ੍ਹਾਂ ਨੇ ਫਿਰ ਉਹਦੇ ਨਾਲ ਪ੍ਰੀਤ ਪਾਈ। ਅਵਨਾਸੀ ਪ੍ਰਭ ਮਨ ਮੈਂ ਰਾਖ, ਮਾਨੁਖ ਕੀ ਤੋ ਪ੍ਰੀਤ ਤਿਆਗ। ਤੈਸੇ ਪਰੈ ਨਾਹੀ ਕਛ ਕੋਏ, ਸਰਬ ਨਿਰੰਤਰ ਏਕੋ ਸੋਏ। ਕਹਿੰਦੇ ਉਹ ਮਾਲਕ ਤੋਂ ਪਰੇ ਕੁਝ ਹੈ ਹੀ ਨਹੀਂ ਹੈ। ਪਰਮਾਤਮਾ ਤੋਂ ਅੱਗੇ ਕੀ ਹੈ? ਜਦੋਂ ਸੰਸਾਰ ਨਹੀਂ ਸੀ ਉਦੋਂ ਵੀ ਮਾਲਕ ਇੱਥੇ ਸੀ। ਪੜ੍ਹਦੇ ਹਾਂ ਆਪਾਂ ਆਦਿ ਸੱਚ, ਫਿਰ ਪਤਾ ਨਹੀਂ ਕਿੰਨੇ ਕੁ ਯੁੱਗ ਲੰਘ ਗਏ, ਜੁਗਾਦ ਸੱਚ ਹੈ ਵੀ ਸੱਚ। ਤੇ ਕੱਲ ਨੂੰ ਜੇ ਕਿਤੇ ਮਾਲਕ ਦੀ ਇਹ ਰਜ਼ਾ ਚਾਹ ਹੋਈ, ਸਾਰੇ ਸੰਸਾਰ ਦਾ ਖੇਡ ਸਮਾਪਤ ਹੋ ਗਿਆ, ਤਾਂ ਪਰਮਾਤਮਾ ਉਦੋਂ ਵੀ ਆਪ ਰਹੇਗਾ। ਕਿਉਂਕਿ ਆ ਜਿਹੜੇ ਸੰਸਾਰ ਦੇ ਅੰਦਰ ਆਪਾਂ ਚੱਲ ਰਹੇ ਹਾਂ, ਪਤਾ ਨਹੀਂ ਕਿੰਨੀ ਕੁ ਵਾਰ ਇਹ ਸੰਸਾਰ ਖਤਮ ਹੋ ਚੁੱਕਿਆ ਤੇ ਦੁਬਾਰਾ ਪਸਾਰਾ ਪਸਰ ਚੁੱਕਿਆ। ਕਈ ਵਾਰ ਪਸਰਿਓ ਪਸਾਰ, ਕਈ ਵਾਰ ਪਤਾ ਨਹੀਂ ਮਹਾਰਾਜ ਕਹਿੰਦੇ ਕਿੰਨੇ ਕੁ ਵਾਰ ਇਹ ਸੰਸਾਰ ਦਾ ਖੇਡ ਸਮਾਪਤ ਹੋ ਗਿਆ।
ਤੇ ਦੁਬਾਰਾ ਮਾਲਿਕ ਨੇ ਫੇਰ ਸ਼ੁਰੂ ਕੀਤਾ। ਪਰ ਉਹ ਸਦਾ ਵਾਸਤੇ ਰਹਿੰਦਾ, ਹੋਰ ਕੋਈ ਵਸਤੂ ਸਦਾ ਵਾਸਤੇ ਨਹੀਂ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮਹਿ ਕਿਨ ਜਪਿਓ ਗੁਰਮੰਤ। ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹਨ, ਤਿਸਤੇ ਪਰੈ ਨਾਹੀ ਕਿਛ ਕੋਇ, ਥਾਨ ਤਨੰਤਰ ਏਕੋ ਸੋਏ। ਜਿੰਨੇ ਵੀ ਥਾਂ ਨੇ, ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਕੋਈ ਜਗ੍ਹਾ ਇਹੋ ਜਿਹੀ ਹੈ ਹੀ ਨਹੀਂ ਜਿੱਥੇ ਉਹ ਮਾਲਕ ਨਾ ਹੋਵੇ। ਤੇ ਬਾਕੀ ਕਿਸੇ ਇਨਸਾਨ 'ਚ ਏਡੀ ਤਾਕਤ ਨਹੀਂ ਕਿ ਉਹ ਸਾਰੀ ਜਗ੍ਹਾ ਬਿਰਾਜਮਾਨ ਹੋਵੇ। ਇਸ ਕਰਕੇ ਪਾਤਸ਼ਾਹ ਸਮਝਾ ਰਹੇ ਆ, ਜਿਹੜਾ ਮਾਲਕ ਸਦਾ ਅਵਿਨਾਸ਼ੀ ਆ, ਸਾਰੀਆਂ ਜਗ੍ਹਾ ਤੇ ਹੈ, ਉਸ ਪ੍ਰਮਾਤਮਾ ਦੀ ਆਸ ਬਣਾ ਕੇ ਰੱਖ। ਅਵਿਨਾਸ਼ੀ ਪ੍ਰਭ ਮਨ ਮੈਂ ਰਾਖ, ਮਾਨੁਖ ਕੀ ਤੂੰ ਪ੍ਰੀਤ ਤਿਆਗ। ਤਿਸਤੇ ਪਰੈ ਨਾਹੀ ਕਿਛ ਕੋਇ, ਸਰਬ ਨਿਰੰਤਰ ਏਕੋ ਸੋਏ। ਆਪੇ ਦੀਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਖਜ਼ਾਨਾ। ਉਹ ਹਰੇਕ ਦੀ ਪਛਾਣਨ ਵਾਲਾ, ਸਾਡੇ ਅੰਦਰ ਦੀ ਗਤੀ ਨੂੰ ਜਾਣਦਾ। ਕਿਉਂਕਿ ਜੋ ਸਾਡੇ ਮਨ ਦੇ ਅੰਦਰ ਵਿਚਾਰ ਚੱਲਦੇ ਆ, ਉਹ ਸਾਰਿਆਂ ਨੂੰ ਪਛਾਣ ਲੈਂਦਾ। ਸੰਸਾਰ ਦੇ ਅੰਦਰ ਤਾਂ ਜੀਵ ਸੰਸਾਰ ਨੂੰ ਧੋਖਾ ਦੇ ਦਿੰਦਾ, ਬਾਹਰੋਂ ਕੁਝ ਹੋਰ ਗੱਲ ਕਰ ਜਾਂਦਾ, ਮਨ ਦੇ ਅੰਦਰ ਕੁਝ ਹੋਰ ਵਿਚਾਰ ਚੱਲਦੇ ਹੁੰਦੇ ਆ। ਬਾਹਰੋਂ ਦਿੱਖ ਆਪਣੀ ਵਧੀਆ ਬਣਾ ਕੇ ਰੱਖਦਾ, ਪਰ ਮਨ ਦੀ ਜਿਹੜੀ ਕਿਰਤ ਆ ਉਹ ਕਈ ਵਾਰ ਬਹੁਤ ਮਾੜੀ ਹੁੰਦੀ ਹੈ। ਪਰ ਸਤਿਗੁਰੂ ਪਾਤਸ਼ਾਹ ਇੱਥੇ ਸਮਝਾ ਰਹੇ ਆ, ਉਹ ਤਾਂ ਹਰੇਕ ਦੀ ਅੰਦਰ ਦੀ ਗੱਲ ਜਾਣਦਾ। ਘਟ ਘਟ ਕੇ ਅੰਤਰ ਕੀ ਜਾਣਤ, ਭਰੇ ਬੁਰੇ ਕੀ ਪੀਰ ਪਛਾਣਤ। ਜਿਹੋ ਜੀ ਫਿਰ ਕਿਸੇ ਇਨਸਾਨ ਦੀ ਭਾਵਨਾ, ਤੇ ਉਹ ਉਹੋ ਜਿਹੀ ਮਾਲਕ ਉਹਦੀ ਵੇਖ ਕੇ ਪੂਰੀ ਕਰਦਾ। ਤੇ ਨਹੀਂ ਤਾਂ ਮਹਾਰਾਜ ਨੇ ਇਹ ਵੀ ਸਮਝਾਇਆ, ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ, ਅੱਠ ਅੱਠ ਤੀਰਥ ਜੇ ਨਹਾਵੈ, ਉਤਰੈ ਨਾਹੀ ਮੈਲ। ਕਹਿੰਦੇ ਅੰਦਰ ਤਾਂ ਹੁਣ ਝੂਠ ਭਰਿਆ ਪਿਆ, ਬਕਾਰਾਂ ਦੀ ਅੱਗ ਭਰੀ ਪਈ ਆ, ਈਰਖਾ ਨਫ਼ਰਤ ਦਾ ਅੰਦਰ ਬੋਲ ਵਾਲਾ ਹੈ, ਤੇ ਬਾਹਰੋਂ ਧਰਮ ਦਾ ਬੁਰਕਾ ਵੀ ਪਾਇਆ ਹੋਇਆ, ਤੇ ਦਾਨ ਸੰਬੰਧ ਵੀ ਬਣ ਕੇ ਲੋਕਾਂ ਨੂੰ ਵਿਖਾਇਆ ਜਾ ਰਿਹਾ। ਪਾਤਸ਼ਾਹ ਸਮਝਾ ਰਹੇ ਹਨ, ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ, ਅੱਠ ਅੱਠ ਤੀਰਥ ਜੇ ਨਹਾਵੈ, ਉਤਰੈ ਨਾਹੀ ਮੈਲ। ਐਸੇ ਜਿਹੜੇ ਅੰਦਰੋਂ ਝੂਠੇ ਪੁਰਸ਼ ਨੇ, ਝੂਠੇ ਇਨਸਾਨ ਨੇ, ਮਹਾਰਾਜ ਕਹਿੰਦੇ ਉਹ ਭਾਵੇਂ 68 ਤੀਰਥਾਂ ਤੇ ਇਸ਼ਨਾਨ ਕਰੀ ਜਾਣ, ਉਹਨਾਂ ਦੇ ਮਨ ਦੀ ਮੈਲ ਉਤਰੇਗੀ ਨਹੀਂ। ਕਿਉਂਕਿ ਪ੍ਰਮਾਤਮਾ ਸਾਡੇ ਮਨ ਦੀ ਗਤੀ ਵੇਖਦਾ, ਸਾਡੇ ਮਨ ਦੀ ਕਿਰਤ ਵੇਖਦਾ। ਤੇ ਜਿਹੜੇ ਮਨ ਕਰਕੇ ਜੀਵ ਨਿਰਮਲ ਹੋ ਜਾਂਦੇ ਆ, ਉਹ ਫਿਰ ਉਸ ਪ੍ਰਭੂ ਦੀ ਪ੍ਰਸੰਨਤਾ ਦੇ ਕਾਬਲ ਹੋ ਜਾਂਦੇ ਆ। ਜਿਨ੍ਹਾਂ ਤੇ ਫਿਰ ਉਹ ਪ੍ਰਸੰਨ ਹੋ ਜਾਂਦਾ, ਕਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਉਹਨਾਂ ਨੂੰ ਆਪਣੇ ਜੀਵਨ ਦੀ ਜਿਹੜੀ ਖੇਡ ਹੈ, ਭੁੱਲੇ ਹੋਏ ਜਿਹੜੇ ਅਸੀਂ ਗਲਤ ਮਾਰਗ ਤੇ ਜਾ ਰਹੇ ਹਾਂ, ਉਹ ਫਿਰ ਸੱਚ ਦਾ ਜਿਹੜਾ ਮਾਰਗ ਹੈ ਉਹ ਸਾਨੂੰ ਦਿਖਾ ਦਿੰਦਾ। ਤਾਂ ਪਾਤਸ਼ਾਹ ਸਮਝਾ ਰਹੇ ਹਨ, ਸਰਬ ਨਿਰੰਤਰ ਏਕੋ ਸੋਏ, ਆਪੇ ਦੀਨਾ ਆਪੇ ਦਾਨਾ। ਸਾਰਿਆਂ ਨੂੰ ਆਪ ਹੀ ਦਾਨ ਦੇਣ ਵਾਲਾ ਹੈ, ਵੱਡਾ ਦਾਤਾ। ਗਹਿਰ ਗੰਭੀਰ, ਬਹੁਤ ਗਹਿਰਾ ਹੈ, ਗੰਭੀਰ ਆ। ਹੁਣ ਮਾਲਕ ਦਾ ਭੇਦ ਜਾਣਨਾ ਕਿਤੇ ਸੌਖੀ ਗੱਲ ਨਹੀਂ। ਇੰਨੀ ਗਹਿਰਾਈ ਆ, ਨੇੜੇ ਹੁੰਦਾ ਵੀ ਸਾਨੂੰ ਦਿਖਾਈ ਨਹੀਂ ਦਿੰਦਾ। ਸਾਡੇ ਅੰਦਰ ਸਰੀਰ ਦੇ ਬੈਠਾ ਸਾਰਾ ਕੁਝ ਵੇਖ ਰਿਹਾ, ਤੇ ਸਾਨੂੰ ਮਹਿਸੂਸ ਨਹੀਂ ਹੁੰਦਾ ਗਿਆਨ ਤੋਂ ਬਗੈਰ। ਸੰਸਾਰ ਦੇ ਅੰਦਰ ਇੰਨੇ ਮਾੜੇ ਕਰਮ ਹੋ ਰਹੇ ਆ, ਪਾਪੀ ਤੋਂ ਪਾਪੀ ਜੀਵ ਇੱਥੇ ਮੰਦ ਕਰਮੀ ਲੋਕ ਰਹਿੰਦੇ ਨੇ, ਉਹਨਾਂ ਨੂੰ ਵੀ ਭੋਜਨ ਦੇ ਰਿਹਾ। ਜਿੰਨੀ ਉਹਨਾਂ ਦੀ ਇੱਕ ਵਾਰ
ਆਰਜੂ ਲਿਖ ਦਿੱਤੀ ਗਈ। ਉਦੋਂ ਪਹਿਲਾਂ ਉਹਨਾਂ ਤੋਂ ਇਹ ਸਰੀਰ ਰੂਪੀ ਘੜਾ ਖੂੰਹਦਾ ਨਹੀਂ ਹੈ ਜਿੰਨਾ ਚਿਰ ਸਮਾਂ ਨਹੀਂ ਪੂਰਾ ਹੁੰਦਾ। ਐਸਾ ਪਾਤਸ਼ਾਹ ਕਹਿੰਦੇ ਗੰਭੀਰ ਆ ਗਹੀਰ ਸੁਜਾਨਾ, ਬਹੁਤ ਵੱਡਾ ਸਿਆਣਾ ਹੈ। ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਉਹ ਪਾਰ ਬ੍ਰਹਮ ਮਾਲਕ ਹੈ, ਪਰਮੇਸ਼ਵਰ ਹੈ। ਗੋਬਿੰਦ, ਗੋ ਕਹਿ ਦਈਏ ਹਨੇਰੇ ਨੂੰ, ਤੇ ਬਿੰਦ ਨਾਮ ਪ੍ਰਕਾਸ਼ ਦਾ। ਜਿਵੇਂ ਗੁਰੂ ਦੋ ਸ਼ਬਦ ਆ, ਗੁਰੂ, ਗੋ ਦਾ ਮਤਲਬ ਹੈ ਹਨੇਰਾ, ਰੂ ਦਾ ਮਤਲਬ ਹੈ ਪ੍ਰਕਾਸ਼। ਜਿਹੜਾ ਸਾਨੂੰ ਹਨੇਰੇ ਤੋਂ ਪ੍ਰਕਾਸ਼ ਵੱਲ ਲੈ ਕੇ ਚੱਲ ਜੇ ਉਹਨੂੰ ਕਹਿੰਦੇ ਨੇ ਗੁਰੂ। ਇਸੇ ਤਰ੍ਹਾਂ ਗੋਬਿੰਦ, ਗੋ ਮਤਲਬ ਹਨੇਰਾ, ਬਿੰਦ ਨਾਮ ਹੈ ਪ੍ਰਕਾਸ਼। ਜਦੋਂ ਅਸੀਂ ਗੁਰੂ ਦੀ ਮੱਤ ਲੈ ਕੇ ਉਸ ਮਾਲਕ ਦੇ ਨਾਲ ਪਿਆਰ ਪਾਉਂਦੇ ਆ, ਉਹ ਫਿਰ ਸਾਡੇ ਅੰਦਰ ਜਿਹੜਾ ਹਨੇਰਾ ਹੈ ਸਾਡੀ ਸੁਰਤੀ ਨੂੰ ਪ੍ਰਕਾਸ਼ ਦੇ ਅੰਦਰ ਲੈ ਜਾਂਦਾ, ਕਿਉਂਕਿ ਪ੍ਰਕਾਸ਼ ਰੂਪ ਹੀ ਹੈ। ਆਕਾਰ ਤੋਂ ਰਹਿਤਾ ਰੂਪ, ਨਾ ਰੇਖ ਨਾ ਰੰਗ ਕਿਛ, ਤ੍ਰਹਿ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਇਸੇ ਕਰਕੇ ਬੜਾ ਗਹਿਰਾ ਗਿਆਨ ਦਿੱਤਾ ਗਿਆ ਗੁਰਬਾਣੀ ਦੇ ਅੰਦਰ ਕਿ ਜੇ ਸਾਡੇ ਕੋਲੇ ਸ਼ਬਦ ਦੀ ਵਿਚਾਰ ਨਹੀਂ, ਗੁਰਮਤਿ ਦਾ ਗਿਆਨ ਨਹੀਂ, ਭਾਵੇਂ ਸਾਨੂੰ ਕੋਈ ਇਹਨਾਂ ਨੇਤਰਾਂ ਦੇ ਨਾਲ ਸਾਡੇ ਮਾਲਕ ਦੇ ਦਰਸ਼ਨ ਵੀ ਕਰਵਾ ਦੇਵੇ, ਸਾਡੇ ਮਨ ਨੂੰ ਵਿਸ਼ਵਾਸ ਨਹੀਂ ਆਵੇਗਾ, ਕਿਉਂਕਿ ਅਸੀਂ ਪ੍ਰਮਾਤਮਾ ਨੂੰ ਆਕਾਰ ਦੇ ਅੰਦਰ ਵੇਖਣਾ ਚਾਹੁੰਦੇ ਹਾਂ। ਤੇ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹਨ, ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈਆਂ, ਸ਼ਬਦ ਨਾ ਕੀਤੋ ਵਿਚਾਰ। ਜਿੰਨਾ ਚਿਰ ਸ਼ਬਦ ਦਾ ਵਿਚਾਰ ਨਹੀਂ, ਉਨਾ ਚਿਰ ਸਾਨੂੰ ਮਾਲਕ ਕੋਈ ਸਾਹਮਣੇ ਭਾਵੇਂ ਵਿਖਾ ਵੀ ਦੇਵੇ, ਸਾਡੇ ਮਨ ਨੇ ਵਿਸ਼ਵਾਸ ਨਹੀਂ ਕਰਨਾ। ਇਸੇ ਕਰਕੇ ਮਹਾਰਾਜ ਗੁਰਬਾਣੀ ਅੰਦਰ ਸਮਝਾ ਰਹੇ ਹਨ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠਿਆ ਮੁਕਤ ਨਾ ਹੋ ਗਈ, ਜੇਕਰ ਸ਼ਬਦ ਨਾ ਕਰੇ ਵਿਚਾਰ। ਕਹਿੰਦੇ ਮਾਲਕ ਜੋ ਪ੍ਰਮਾਤਮਾ ਹੈ ਇਹਨੂੰ ਸਾਰਾ ਸੰਸਾਰ ਵੇਖਦਾ ਰਿਹਾ, ਪਰ ਜਿੰਨਾ ਚਿਰ ਸ਼ਬਦ ਦੀ ਵਿਚਾਰ ਨਹੀਂ, ਡਿਠਿਆ ਮੁਕਤ ਨਾ ਹੋਵੇ, ਜੇਕਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਸ਼ਬਦ ਦੀ ਵਿਚਾਰ ਨਾਲ ਜੀਵ ਨਹੀਂ ਜੁੜਦਾ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਸਤਿਗੁਰ ਨੇ ਸਾਰਾ ਸੰਸਾਰ, ਜਿਹੜੇ ਗੁਰੂ ਨਾਨਕ ਲੇਵਾ ਸਿੱਖ ਨੇ, ਉਹ ਦਰਸ਼ਨ ਵੀ ਕਰਦੇ ਆ, ਵੇਖਦੇ ਵੀ ਆ, ਪਰ ਮੁਕਤੀ ਕਦੋਂ ਮਿਲਣੀ ਆ? ਜਿੰਨਾ ਚਿਰ ਅਸੀਂ ਸ਼ਬਦ ਦੀ ਵਿਚਾਰ ਦੇ ਨਾਲ ਜੁੜ ਕੇ ਆਪਣੇ ਇਸ ਜੀਵਨ ਦੀ ਕਹਾਣੀ ਨੂੰ ਨਹੀਂ ਸਮਝਦੇ। ਸਤਿਗੁਰੂ ਪਾਤਸ਼ਾਹ ਮਾਲਕ ਦੀ ਵਡਿਆਈ ਕਰ ਰਹੇ ਆ, ਕਹਿੰਦੇ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸ਼ੰਦ। ਕਹਿੰਦੇ ਉਹ ਕਿਰਪਾ ਦਾ ਖਜ਼ਾਨਾ ਹੈ। ਉਹ ਜਦੋਂ ਕਿਸੇ ਜੀਵ ਤੇ ਖੁਸ਼ ਹੋ ਜਾਂਦਾ ਤਾਂ ਉਹ ਉਹਦੇ ਔਗਣ ਵੀ ਨਹੀਂ ਦੇਖਦਾ। ਜਿਹੜਾ ਮਾਲਕ ਦੀ ਰਜ਼ਾ 'ਚ ਰਹਿਣ ਲੱਗੇ ਜੀਵ, ਤੇ ਉਹਨਾਂ ਤੇ ਕਿਰਪਾ ਦਾ ਨਿਧਾਨ, ਸਾਰੇ ਖਜ਼ਾਨੇ ਨੇ ਉਹਨਾਂ ਕੋਲੇ, ਸਾਰੀਆਂ ਦਾਤਾਂ ਨੇ। ਦਾਤ ਹੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇ ਤਿਸ ਦੇ। ਜੋ ਵੀ ਫਿਰ ਜੀਵ ਦੀ ਇੱਛਾ ਹੁੰਦੀ ਆ, ਸਾਰੇ ਖਜ਼ਾਨੇ ਮਾਲਕ ਕੋਲੇ ਨੇ। ਉਹ ਤੇ ਵੱਡਾ ਉਹਦੇ ਕੋਲੇ ਖਜ਼ਾਨਾ ਕਿਰਪਾ ਦਾ। ਕਿਰਪਾ ਨਿਧਾਨ ਦਿਆਲ, ਬਹੁਤ ਜ਼ਿਆਦਾ ਦਿਆਲੂ ਆ। ਬਖਸ਼ੰਦ, ਤੇ ਸਾਰਿਆਂ ਨੂੰ ਬਖਸ਼ਣ ਵਾਲਾ। ਜੇ ਉਹ ਬਖਸ਼ਣਹਾਰ ਨਾ ਹੋਵੇ ਤਾਂ ਇੱਕ ਵੀ ਇਨਸਾਨ ਏਡੇ ਵੱਡੇ ਸੰਸਾਰ ਚੋਂ ਬਖਸ਼ਿਆ ਨਹੀਂ ਜਾ ਸਕਦਾ, ਕਿਉਂਕਿ ਕੋਈ ਵੀ ਜੀਵ ਐਸਾ ਨਹੀਂ ਹੈ ਜੀ ਤੋਂ ਕੋਈ ਨਾ ਕੋਈ ਭੁੱਲ ਨਹੀਂ ਹੁੰਦੀ। ਜੇ ਇਹ ਹੁੰਦਾ ਤਾਂ ਪਾਤਸ਼ਾਹ ਨੇ ਬਾਣੀ ਦੇ ਅੰਦਰ ਇਹ ਨਹੀਂ ਸਮਝਾਉਣਾ ਸੀ ਆਪਾਂ ਨੂੰ ਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਇਨਸਾਨ ਭੁੱਲਣਹਾਰ, ਤੇ ਜਿਹੜਾ ਸਾਡਾ ਮਾਲਕ ਹੈ ਪ੍ਰਮਾਤਮਾ, ਉਹ ਬਖਸ਼ਣਹਾਰ, ਦਿਆਲੂ ਆ, ਕਿਰਪਾਲੂ ਆ। ਕਿਰਪਾ ਨਿਧਾਨ, ਕਿਰਪਾ ਨਿਧਾਨ ਦਿਆਲ ਬਖਸ਼ੰਦ।
ਤੇ ਅੱਗੇ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹਨ, ਸਾਧ ਤੇਰੇ ਕੀ ਚਰਨੀ ਪਾਓ, ਨਾਨਕ ਕੈ ਮਨ ਇਹੋ ਅਨਰਾਓ। ਹੁਣ ਇਸ ਆਪਦੇ ਜੀਵਨ ਦੀ ਕਹਾਣੀ ਸਮਝਣ ਵਾਸਤੇ ਸਾਡੇ ਮਨ ਦੇ ਅੰਦਰ ਇੱਕ ਇੱਛਾ ਹੋਣੀ ਚਾਹੀਦੀ ਹੈ, ਇੱਕ ਸਾਡੇ ਮਨ ਦੇ ਅੰਦਰ ਤੜਫ ਹੋਣੀ ਚਾਹੀਦੀ ਹੈ, ਕਿਹੜੀ ਕਿ ਸਾਧ ਤੇਰੇ ਕੀ ਚਰਨੀ ਪਾਓ। ਹੇ ਅਕਾਲ ਪੁਰਖ ਪ੍ਰਮਾਤਮਾ ਨਿਰੰਕਾਰ ਵਾਹਿਗੁਰੂ ਜੀ, ਸਾਡੇ ਤੇ ਕਿਰਪਾ ਕਰੋ। ਸਾਨੂੰ ਆਪਦੇ ਜੀਵਨ ਦੀ ਸੋਝੀ ਨਹੀਂ ਆ ਰਹੀ। ਭੇਦ ਆ ਗਿਆ ਕਿ ਜੇ ਅਸੀਂ ਆਪਣੇ ਜੀਵਨ ਕਾਲ ਦੌਰਾਨ ਤੇਰਾ ਮਿਲਾਪ ਨਾ ਕਰ ਸਕੇ ਤਾਂ ਅਸੀਂ ਆਪਣੇ ਜੀਵਨ ਦੀ ਬਾਜੀ ਹਾਰ ਜਾਵਾਂਗੇ। ਪਰ ਮਾਇਆ ਦਾ ਐਸਾ ਸ਼ੋਰ ਸ਼ਰਾਬਾ ਹੈ, ਐਸਾ ਬਰੀਕੀ ਦਾ ਜਾਲ, ਜਿਹਦੇ ਚੋਂ ਇਨਸਾਨ ਨੂੰ ਨਿਕਲਣਾ ਬਹੁਤ ਔਖਾ। ਜਿਸ ਤਰ੍ਹਾਂ ਭਗਤ ਕਬੀਰ ਜੀ ਨੂੰ ਇੱਕ ਵਾਰ ਸੰਗਤ ਨੇ ਪੁੱਛਿਆ, ਕਹਿੰਦੇ ਭਗਤ ਜੀ ਇਹ ਮੁਕਤੀ ਦਾ ਜਿਹੜਾ ਖੇਲ ਆ ਇਹ ਕਿੰਨਾ ਕੁ ਔਖਾ? ਉਹ ਕਹਿੰਦੇ ਜੀ ਬਹੁਤ ਔਖਾ। ਉਹ ਕਹਿੰਦੇ ਕਿੰਨਾ ਕੁ? ਉਹਨਾਂ ਨੇ ਫਿਰ ਉਦਾਹਰਨ ਦਿੱਤੀ ਇੱਕ। ਉਹ ਕਹਿੰਦੇ ਕਿਤੇ ਰਾਈ ਦਾ ਦਾਣਾ ਦੇਖਿਆ, ਸਰੋਂ ਦੇ ਦਾਣੇ ਨੂੰ ਵੀ ਛੋਟਾ ਹੁੰਦਾ ਰਾਈ ਦਾ ਦਾਣਾ। ਕਹਿੰਦੇ ਰਾਈ ਦਾ ਦਾਣਾ ਹੋਵੇ, ਉਹ ਸੁੰਗੜਿਆ ਹੋਵੇ, ਉਹਦੇ 10 ਹਿੱਸੇ ਕਰ ਲਓ, ਪਹਿਲਾਂ ਤਾਂ ਕਰਨੀ ਮੁਸ਼ਕਲ ਹੈ। ਤੇ ਉਸ ਰਾਈ ਦੇ ਦਾਣੇ ਦੇ ਸੁੰਗੜੇ ਹੋਏ ਦੇ 10ਵੇਂ ਹਿੱਸੇ ਜਿੰਨਾ ਰਾਹ ਹੋਵੇ, ਤੇ ਸਾਡਾ ਜਿਹੜਾ ਮਨ ਆ ਉਹ ਹਾਥੀ ਬਣਿਆ ਹੋਇਆ। ਇੰਨੇ ਛੋਟੇ ਰਸਤੇ 'ਚੋਂ ਹਾਥੀ ਲੰਘਾਉਣਾ ਤੁਸੀਂ ਆਪ ਵੇਖ ਲਓ ਕਿੰਨਾ ਕੁ ਸੌਖਾ। ਉਹਨਾਂ ਨੇ ਬਾਣੀ ਅੰਦਰ ਫਿਰ ਸਮਝਾਇਆ, ਕਬੀਰ ਮੁਕਤ ਦੁਆਰਾ ਸੰਕੜਾ, ਰਾਈ 10ਵੇਂ ਭਾਏ, ਮਨ ਤੋਂ ਮੈਗਲ ਹੋਏ ਰਹਿਓ, ਕਿਉਂ ਕਰ ਨਿਕਸਿਓ ਜਾਏ। ਕਹਿੰਦੇ ਇੰਨਾ ਬਰੀਕ ਰਸਤਾ ਹੈ, ਰਾਈ ਦਾ ਦਾਣਾ ਸੁੰਗੜਿਆ ਗਿਆ 10ਵਾਂ ਹਿੱਸਾ, ਉਹਦੇ 'ਚੋਂ ਹਾਥੀ ਲੰਘਾਉਣਾ। ਤੇ ਸੰਗਤ ਬੜੀ ਉਦਾਸ ਹੋ ਗਈ। ਉਹ ਕਹਿੰਦੇ ਜੀ ਕੋਈ ਸੌਖਾ ਰਸਤਾ? ਫੇਰ ਉਹਨਾਂ ਨੇ ਸਮਝਾਇਆ, ਕਬੀਰ ਸਾਚਾ ਸਤਿਗੁਰ ਜੇ ਮਿਲੈ, ਤੁਠਾ ਕਰੇ ਪਸਾਓ, ਮੁਕਤ ਦੁਆਰਾ ਮੋਕਲਾ, ਸਹਿਜੇ ਆਵੋ ਜਾਓ। ਕਹਿੰਦੇ ਸੱਚਾ ਸਤਿਗੁਰ ਮਿਲ ਜੇ, ਉਹ ਸਾਡੇ ਤੇ ਪ੍ਰਸੰਨ ਹੋ ਜੇ, ਫਿਰ ਜਿਹੜਾ ਇਹ ਮੁਕਤੀ ਦਾ ਦੁਆਰ ਹੈ ਇਹ ਬੜਾ ਮੋਕਲਾ ਹੋ ਜਾਊਗਾ, ਖੁੱਲਾ ਹੋ ਜਾਊਗਾ, ਜਿਹ 'ਚ ਸਹਿ ਸੁਭਾਏ ਇਨਸਾਨ ਆ ਜਾ ਸਕਦਾ। ਐਸਾ ਹੀ ਫਿਰ ਇਸ ਪਦੇ ਦੇ ਅੰਦਰ ਅਖੀਰਲੀਆਂ ਪੰਗਤੀਆਂ 'ਚ ਮਹਾਰਾਜ ਸਮਝਾ ਰਹੇ ਆ ਕਿ ਅਰਦਾਸ ਬੇਨਤੀ ਕਰੀਏ ਕਿ ਸਾਨੂੰ ਐਸੀ ਸੰਗਤ ਬਖਸ਼ੋ, ਐਸੇ ਆਪਦੇ ਪਿਆਰੇ ਗੁਰਮੁਖਾਂ ਦਾ, ਸਾਧੂਆਂ ਸੰਤਾਂ ਦਾ ਮੇਲ ਕਰਾਓ। ਸਾਧ ਤੇਰੇ ਕੀ ਚਰਨੀ ਪਾਓ, ਜਿਹੜਾ ਸਾਨੂੰ ਇਹ ਜ਼ਿੰਦਗੀ ਦਾ, ਮੁਕਤੀ ਦਾ ਜਿਹੜਾ ਰਸਤਾ ਹੈ ਉਹ ਸੌਖਾ ਕਰਕੇ ਸਮਝਾ ਦੇਵੇ। ਨਾਨਕ ਕੈ ਮਨ ਇਹੋ ਅਨਰਾਓ। ਸਾਡੇ ਮਨ ਦੇ ਅੰਦਰ ਇਹ ਚਾਉ ਹੈ, ਸਾਡੇ ਮਨ ਦੇ ਅੰਦਰ ਇਹ ਤੜਫ ਹੈ। ਜਦੋਂ ਫਿਰ ਕੋਈ ਇਨਸਾਨ ਮਾਲਕ ਦੀ ਤੜਫ ਪੈਦਾ ਕਰ ਲੈਂਦਾ, ਨਹੀਂ ਕਿਸੇ ਇਨਸਾਨ 'ਚ ਇੰਨੀ ਪਾਵਰ ਨਹੀਂ ਹੈ ਕਿ ਉਹ ਆਪਦੀ ਮੱਤ ਦੇ ਨਾਲ ਏਡੇ ਵੱਡੇ ਆ ਮਾਇਆ ਦੇ ਖੇਲ 'ਚੋਂ ਬਾਹਰ ਆ ਜੇ। ਜਦੋਂ ਪ੍ਰਮਾਤਮਾ ਦੀ ਤੜਫ ਸਾਡੇ ਅੰਦਰ ਪੈਦਾ ਹੁੰਦੀ, ਉਹ ਫਿਰ ਸਾਨੂੰ ਐਸੀ ਸੰਗਤ, ਐਸੇ ਸੰਤ ਸਾਧੂ ਗੁਰਮੁਖਾਂ ਦਾ ਮਿਲਾਪ ਬਖਸ਼ ਕਰ ਦਿੰਦੇ, ਜਿਹੜੇ ਫਿਰ ਸਾਨੂੰ ਸੌਖਾ ਕਰਕੇ ਸਮਝਾ ਦਿੰਦੇ ਕਿ ਭਾਈ ਇੱਕ ਕੰਮ ਕਰੋ, ਤੁਸੀਂ ਪਰਮਾਤਮਾ ਦਾ ਭਜਨ ਕਰਿਆ ਕਰੋ। ਜਦੋਂ ਉਹਦਾ ਸੇਵਾ ਸਿਮਰਨ ਭਜਨ ਕਰੋਗੇ, ਉਹ ਤੁਹਾਡੇ ਤੇ ਕਿਰਪਾ ਕਰਕੇ ਐਸਾ ਰਸਤਾ ਤੁਹਾਨੂੰ ਦਿਖਾ ਦੇਗਾ ਜਿਹੜਾ ਤੁਹਾਡੇ ਜੀਵਨ ਨੂੰ ਸੁਖੀ, ਸੁਚੱਜਾ ਔਰ ਸੁਖਾਲਾ ਵੀ ਕਰ ਦੂਗਾ। ਤੇ ਜਿਹੜਾ ਤੁਹਾਡੇ ਜੀਵਨ ਦਾ ਮਨੋਰਥ ਹੈ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੁਸੀਂ ਆਪਣੇ ਜੀਵਨ ਦੇ ਸਫ਼ਰ ਦੀ ਮੰਜ਼ਿਲ ਤੇ ਜੀ ਪਹੁੰਚ ਜਾਓਗੇ। ਤੇ ਜੇ ਇਹ ਕਰਮ ਆਪਾਂ ਨਹੀਂ ਕਰਦੇ ਤਾਂ ਪਾਤਸ਼ਾਹ ਦੀ ਬਾਣੀ ਦੇ ਫੈਸਲੇ ਨੇ, ਕਹੋ ਨਾਨਕ ਇਹ ਤਤ ਵਿਚਾਰਾ, ਬਿਨ ਹਰ ਭਜਨ ਨਾਹੀ ਛੁਟਕਾਰਾ। ਪ੍ਰਭ ਕਾ ਸਿਮਰਨ ਸਭ ਤੇ ਉੱਚਾ।
ਇਹਨੂੰ ਆਪਾਂ ਆਪਣੇ ਜੀਵਨ ਦੇ ਅੰਦਰ ਅਪਣਾਉਣਾ ਹੁੰਦਾ ਤਾਂ ਕਿ ਮਾਲਕ ਸਾਡੇ ਤੇ ਖੁਸ਼ ਹੋ ਜਾਣ ਤੇ ਸਾਨੂੰ ਭੇਦ ਆ ਜੇ ਕਿ ਰੂਪ ਨਾ ਰੇਖ ਨਾ ਰੰਗ ਕਿਛ, ਤਰਹਿ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਆਓ ਫਿਰ ਮਾਲਕ ਦੀ ਪ੍ਰਸੰਨਤਾ ਲੈਣ ਵਾਸਤੇ ਆਪਾਂ ਪ੍ਰਮਾਤਮਾ ਦਾ ਭਜਨ ਕਰੀਏ। ਹਾਂਜੀ, ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ